ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ। ਹਰ ਅਗੰਮਾ ਅਗੰਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ। ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ। ਤੂੰ ਜੀਆਂ ਕਾ ਦਾਤਾਰਾ। ਹਰ ਧਿਆਵਹੁ ਸੰਤੋ ਜੀ। ਸਭ ਦੁਖ ਵਿਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ। ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ। ਹਰ ਏਕੋ ਪੁਰਖ ਸਮਾਨਾ। ਇਕ ਦਾਤੇ ਇਕ ਭੇਖਾਰੀ ਜੀ। ਸਭ ਤੇਰੇ ਚੋਜ ਵਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ। ਹਉ ਤੁਧ ਬਿਨ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਤੁਧ ਜੀ। ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਧ ਜੀ। ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ। ਜਿਨ ਹਰ ਧਿਆਇਆ ਜੀ। ਤਿਨ ਟੂਟੀ ਜਮ ਕੀ ਫਾਂਸੀ। ਜਿਨ ਹਰ ਨਿਰਭਉ ਧਿਆਇਆ ਜੀ। ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ। ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ। ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ। ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ। ਹਰ ਅਨਕ ਅਨੇਕ ਅਨੰਤਾ। ਤੇਰੀ ਅਨਿਕ ਕਰੈ ਹਰ ਪੂਜਾ ਜੀ। ਤਪ ਤਾਪੈ ਜਪੈ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਹਤ ਜੀ। ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ। ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦ ਪੁਰਖ ਅਪਰੰਪਰ ਕਰਤਾ ਜੀ। ਤੁਧ ਜੀਵੜ ਅਵਰ ਨਾ ਕੋਈ।
ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰੈ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸੈ ਕਾ ਜਾਣੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸੈ ਕਾ ਜਾਣੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਕਬੀਰ ਸਾਤ ਸਮੁੰਦੈ ਮਸ ਕਰੂੰ, ਕਲਮ ਕਰੂੰ ਬਨ ਰਾਏ। ਬਸਦਾ ਕਾਗਦ ਜੋ ਕਰੂੰ, ਹਰ ਜਸ ਲਿਖਣ ਨਾ ਜਾਏ। ਬਸਦਾ ਕਾਗਦ ਜੋ ਕਰੂੰ, ਹਰ ਜਸ ਲਿਖਣ ਨਾ ਜਾਏ। ਗੁਰਦੇਵ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਗੋਦ ਵਿੱਚ ਬੈਠ ਜੀਵਨ ਸਾਈਂ ਦੀ ਕੀਰਤੀ ਕਰਨ ਆਏ ਸਤ ਸੰਗੀ ਜਨ, ਆਓ ਮਾਲਕ ਦੀ ਨਦਰ ਦੇ ਪਾਤਰ ਬਣਨ ਲਈ ਆਪਣੇ ਗੁਰਦੇਵ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਦੇ ਨਾਲ ਸਰਬੱਤ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇਕ ਓੰਕਾਰ, ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਹਰ ਅਗੰਮਾ ਅਗੰਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ। ਹਰ ਸੱਚੇ ਸਿਰਜਣਹਾਰਾ। ਜੀਵ ਨੇ ਸਫ਼ਰ ਕਰਨਾ ਹੈ ਸੰਸਾਰ ਤੋਂ ਨਿਰੰਕਾਰ ਤੱਕ ਦਾ। ਹਰ ਜੀਵ ਨੇ ਜਿਨ੍ਹਾਂ ਦੇ ਜ਼ਿਹਨ ਵਿੱਚ ਹੈ, ਸਿਮਰਤੀ ਵਿੱਚ ਹੈ, ਉਹ ਇਸ ਸਫ਼ਰ ਦੇ ਜਾਣਕਾਰੀ ਇਕੱਠੀ ਕਰ ਰਹੇ ਨੇ। ਜਿਨ੍ਹਾਂ ਦੀ ਸਿਮਰਤੀ ਵਿੱਚ ਨਹੀਂ, ਉਹ ਅਵੇਸਲੇ ਪਏ ਨੇ। ਉਹਨਾਂ ਦੇ ਅੰਦਰ ਕੋਈ ਹਰਕਤ ਨਹੀਂ ਹੈ, ਕੋਈ ਚੇਤਾ ਨਹੀਂ ਹੈ। ਉਹ ਸੰਸਾਰ ਦੇ ਇਸ ਵਾਤਾਵਰਨ ਦੇ ਅੰਦਰ ਸੌਂ ਗਏ। ਸਤਿਗੁਰੂ ਉਸ ਸਫ਼ਰ ਦਾ ਬੋਧ ਕਰਾਉਂਦੇ ਨੇ, ਸਾਡੀ ਸਮਝ ਵਿੱਚ ਜਾਣਕਾਰੀ ਪੈਦਾ ਕਰਦੇ ਨੇ ਕਿ ਅਸੀਂ ਸਫ਼ਰ ਕਿਸ ਪਾਸੇ ਨੂੰ ਕਰਨਾ ਹੈ। ਨਿਰੰਕਾਰ ਦੇ ਦਿੱਤੇ ਹੋਏ ਇਸ ਜੀਵਨ ਨੂੰ
किस कदर बतीत करना है, किवें गुजारना है, किवें ये जीवन सानू मिलिया होया सफल हो सकेगा। ये बाणी दी निरंतर विचार साड़ियां सुरतां नूं उस पासे लैके जा रही। ये जीवन सानू मिलिया ही इस पासे लई, तुरन लई, चलण लई, जीवन दी मंजिल हासिल करन लई। ये जिहड़ा वातावरण है, ये सिੱਖੀ दी पाठशाला है, ये साडा स्कूल है। जिस स्कूल दे अंदर बैठ के असी जिंदगी नूं उस पासे लाने जिस पासे गुरु कहंदे लाउणा चाहिए। जिस मुबारक बाणी दी विचार चल रही है, इस पावन बाणी दे 9 शब्द सांझा सिरलेख रहरास, पर इन्हां 9 शब्दां दे 2 वखरे वखरे सिरलेख ने। आपां 5 शब्दां दा जो सिरलेख पहलां पढ़िया सी, सुनिया सी, वो सिरलेख सी सो दर। सो दर दे सिरलेख हेठ आपां 5 शब्द विचारे ने। आप जी बड़े खुशकिस्मत हो कि सानू बाणी दी इस तरह टिक के कोई गल समझण लई मिल रही है। विचारवाना ने बेशक सो दर दे सिरलेख नूं इतना क लिखिया है कि शब्द दे पहले शब्द होण करके ये सिरलेख बन गए। बहु गिणती विद्वानां दी इस गल नाल सहमत है। आपां पढ़ आए हां, राग आसा महला पहला, अगे की लिखे है? सो दर। भाई साहब भाई गुरदास जी ने भी इसे शब्द की वरतों की। जिस रोज इस बाणी की विचार शुरू हुई होएगी, उदने आप जी ने, भाई साहब भाई गुरदास जी ने जिहड़ा करतारपुर दे अंदर नितनेम दी मर्यादा गुरु नानक जी ने बद्धी, उसकी चर्चा आपने सुनी होगी। भाई साहब दे मुबारक बोल ने, सोदर आरती गावी है, अमृत वेले जाप उचारा। ये नितनेम की मर्यादा कोई अज नवी नहीं है। ये तो मेरे गुरु नानक दी आमद नाल जग्यासू नूं मिल गई, गुरु नानक दे घर आउण वाले नूं मिल गई। भलिया तू जिंदगी दा सफ़र करने, शब्द तो बगैर, ज्ञान तो बगैर ये सफ़र नहीं होना। जे तू सफ़र करना चाहना है तो सफ़र कर सकेगा तो शब्द दे नाल। धन गुरु नानक जी ने साडी जिहड़ी यात्रा है इनू शब्द नाल शुरू कीता होया। गुरुदेव गुरु नानक सच्चे पातशाह जी ने मर्यादा बन दी। भाई साहब दे बोल, सो दर आरती गावी है, अमृत वेले जाप उचारा। संध्या दे वेले सोदर गावी जाती है, आरती गावी जाती है, अमृत वेले जाप उचारा तो भावे जपजी साहिब दा पाठ किया जाता। ये करतारपुर साहिब की मर्यादा है, जिहड़ा अज साडे कोल नहीं है। जिस नगरी की बुनियाद मेरे सतगुर ने आप रखी,
ਗੁਰੂ ਨਾਨਕ ਦੀ ਜ਼ਿੰਦਗੀ ਦਾ ਪਹਿਲਾ ਨਗਰ ਜਿਹੜਾ ਉਹਨਾਂ ਨੇ ਆਪ ਆਬਾਦ ਕੀਤਾ। ਗੁਰੂ ਨਾਨਕ ਸੱਚੇ ਪਾਤਸ਼ਾਹ ਸਮਾਜ ਦੀ ਸਿਰਜਣਾ ਕਰਦੇ ਨੇ। ਉਹਨਾਂ ਕੇਵਲ ਸੰਸਾਰ ਦੇ ਲੋਕਾਂ ਨੂੰ ਧਰਮ ਦਾ ਗਿਆਨ ਬੋਧਕ ਸਤ੍ਹਾ 'ਤੇ ਨਹੀਂ ਦਿੱਤਾ, ਉਹਨਾਂ ਨੇ ਮਨੁੱਖ ਨੂੰ ਅੰਦਰੋਂ ਟੁੰਬੇ, ਉਹਨਾਂ ਨੇ ਅੰਦਰੋਂ ਜਗਾਏ, ਉਹਨਾਂ ਨੇ ਅੰਦਰੋਂ ਨਾਲ ਲੈ ਕੇ ਤੁਰਨ ਦਾ ਯਤਨ ਕੀਤਾ, ਉਹਨੂੰ ਮੰਜ਼ਿਲ 'ਤੇ ਪਹੁੰਚਾਉਣ ਦਾ ਯਤਨ ਕੀਤਾ। ਭਲੇ ਆਪਾਂ ਜਪਜੀ ਸਾਹਿਬ ਦੀ ਮੁਬਾਰਕ ਬਾਣੀ ਦੀ ਵਿਚਾਰ ਕਰ ਬੈਠੇ ਹਾਂ, ਬੜਾ ਕੁਝ ਉਹਦੇ 'ਚੋਂ ਆਪਾਂ ਵਿਚਾਰਿਆ ਸੁਣਿਆ, ਸਾਡੀ ਸਮਝ ਵਿੱਚ ਆਇਆ ਹੋਏਗਾ। ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਗੁਰਦੇਵ ਜੀ ਨੇ ਸੰਸਾਰ ਦੇ ਮਨੁੱਖ ਦੇ ਸਾਹਮਣੇ ਦੋ ਬੜੀਆਂ ਅਹਿਮ ਗੱਲਾਂ ਹੋਰ ਵੀ ਰੱਖੀਆਂ। ਇਹ ਉਹ ਸਵਾਲ ਨਹੀਂ ਜਿਨ੍ਹਾਂ ਨੂੰ ਆਪਾਂ ਜਪਜੀ ਦਾ ਰਹਾਉ ਮੰਨ ਲੈਂਦੇ, ਜਿਹੜੇ ਬੋਲ ਗੁਰੂ ਨਾਨਕ ਜੀ ਨੇ ਸਾਡੀ ਸਿਮਰਤੀ ਅੰਦਰ, ਸਾਡੀ ਚੇਤਾ ਸ਼ਕਤੀ ਦੇ ਅੰਦਰ ਜਿਹੜੇ ਹੋਰ ਪ੍ਰਵੇਸ਼ ਕੀਤੇ ਨੇ। ਗੁਰਦੇਵ ਪਿਤਾ ਨੇ ਦੁਨੀਆ ਦੇ ਮਨੁੱਖ ਨੂੰ ਜਗਾਉਣ ਦੇ ਲਈ ਬਹੁਤ ਬਖਸ਼ਿਸ਼ਾਂ ਕੀਤੀਆਂ। ਇੱਕ ਬਚਨ ਮੇਰੇ ਗੁਰਦੇਵ ਪਿਤਾ ਦਾ ਹੈ, ਜਦੋਂ ਪਰਮਾਤਮਾ ਦੇ ਦਰ 'ਤੇ ਜਾਣਾ ਹੋਵੇ, ਸਾਡੇ ਕੋਲ ਕੀ ਚਾਹੀਦਾ? ਹੁਣ ਆਪਾਂ ਗੱਲ ਕਰੇ ਸੋ ਦਰ ਦੀ ਕਰ ਲਈ, ਅੱਜ ਆਪਾਂ ਸੋ ਪੁਰਖ 'ਤੇ ਪਹੁੰਚ ਗਏ। ਸ਼ਬਦ ਦੋਨੋਂ ਹੀ ਬੜੇ ਮਹੱਤਵਪੂਰਨ ਨੇ। ਕਦੇ ਦਰ ਤੇ ਪੁਰਖ ਦੋਨੋਂ ਬਰਾਬਰ ਆ ਕੇ ਦੇਖੋਗੇ। ਕਿਸੇ ਵੀ ਘਰ ਵਿੱਚ ਜਾਵਾਂਗੇ, ਪਹਿਲਾਂ ਦਰਵਾਜ਼ਾ ਆਉਂਦਾ, ਫਿਰ ਦਰਵਾਜ਼ੇ ਦੇ ਅੰਦਰ ਰਹਿਣ ਵਾਲਾ ਪੁਰਖ ਦੀ ਗੱਲ ਚੱਲਦੀ। ਪਹਿਲਾਂ ਦਰਵਾਜ਼ਾ ਆਉਂਦਾ ਤੇ ਦਰਵਾਜ਼ੇ ਦੇ ਅੰਦਰਲੇ ਪਾਸੇ ਜਿਹੜਾ ਪੁਰਖ ਹੈ, ਫਿਰ ਉਹਦੀ ਬਾਤ ਚੱਲਦੀ। ਗੁਰੂ ਨਾਨਕ ਜੀ ਵੀ ਰੱਬ ਦੇ ਘਰ ਦੀਆਂ ਗੱਲਾਂ ਕਰ ਰਹੇ ਨੇ, ਪਹਿਲਾਂ ਦਰ ਦੀ ਗੱਲ ਕਰਦੇ ਨੇ, ਗੱਲ ਦੀ ਕਰਦਿਆਂ ਅੰਦਰ ਉਸ ਪੁਰਖ ਦੀ ਗੱਲ ਵੀ ਕਰਦੇ ਨੇ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇੱਕ ਦਰ 'ਤੇ ਜਾਣ ਦੀ ਮਰਜ਼ਾਦਾ ਕੀ ਹੁੰਦੀ? ਆਪਾਂ ਸਾਰੇ ਸੰਸਾਰਕ ਬਿਰਤੀ ਵਾਲੇ ਪਰਿਵਾਰਾਂ 'ਚ ਵਸਣ ਵਾਲੇ ਮਨੁੱਖ ਬੈਠੇ ਹਾਂ, ਅਤੇ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਜੇ ਕਿਸੇ ਇੱਕ ਮਿੱਤਰ ਨੇ ਆਪਣੇ ਮਿੱਤਰ ਦੇ ਕੋਲ ਜਾਣਾ ਹੋਵੇ ਤੇ ਉਹਦੇ ਅੰਦਰ ਇੱਕ ਭਾਵਨਾ ਜਾਗਦੀ ਹੈ ਕਿ ਮੈਂ ਮਿੱਤਰ ਦੇ ਘਰ ਜਾਣਾ ਹੈ, ਅਤੇ ਮੈਂ ਮਿੱਤਰ ਦੇ ਘਰ ਜਾਣ ਲਈ ਭੇਟਾ ਕੀ ਲੈ ਕੇ ਜਾਵਾਂ, ਲੈ ਕੇ ਕੀ ਜਾਵਾਂ। ਸਬੰਧ ਤੇ ਵੈਸੇ ਬਿਨਾਂ ਦਿੱਤਿਆਂ ਵੀ ਬਣਾਏ ਜਾ ਸਕਦੇ ਨੇ, ਪਰ ਨਹੀਂ, ਮਨ ਦੀ ਸੰਤੁਸ਼ਟੀ ਨਹੀਂ ਹੁੰਦੀ, ਮਨ ਦੀ ਤਸੱਲੀ ਨਹੀਂ ਹੁੰਦੀ। ਕੋਈ ਚਾਹੀਦਾ, ਕੋਈ ਫਰੂਟ ਲੈ ਕੇ ਜਾਂਦਾ ਹੈ, ਕੋਈ ਮਠਿਆਈ ਲੈ ਕੇ ਜਾਂਦਾ ਹੈ, ਕੋਈ ਬਸਤਰ ਲੈ ਕੇ ਜਾਂਦਾ ਹੈ, ਕੋਈ ਪੈਸੇ ਲੈ ਕੇ ਜਾਂਦਾ। ਧੰਨ ਗੁਰੂ ਨਾਨਕ ਜੀ ਨੇ ਦੋ ਬਾਤਾਂ ਬੜੀਆਂ ਕਮਾਲ ਦੀਆਂ ਕਹੀਆਂ। ਜਪਜੀ ਸਾਹਿਬ ਦੀ ਮੁਬਾਰਕ ਬਾਣੀ ਦੇ ਬੋਲ ਨੇ ਪਹਿਲਾ ਜਗਿਆਸੂ ਨੂੰ ਜਗਾਉਂਦਿਆਂ ਗੁਰਦੇਵ ਨੇ ਪਹਿਲੀ ਚੇਤਨਾ ਇਹ ਪੈਦਾ ਕੀਤੀ, ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ। ਦਰ 'ਤੇ ਜਾਣਾ ਹੈ, ਮੈਂ ਦਰਬਾਰ ਤੱਕ ਪਹੁੰਚ ਸਕਾਂ। ਦਰ ਬਾਰ, ਦਰ ਦਰਵਾਜ਼ੇ ਨੂੰ ਕਹਿੰਦੇ, ਬਾਰ ਵੀ ਦਰਵਾਜ਼ੇ ਨੂੰ ਕਹਿੰਦੇ। ਇਹ ਦੋ ਸ਼ਬਦ ਨੇ, ਦਰ ਵੀ ਤੇ ਬਾਰ ਵੀ। ਦਰ ਵੀ ਦਰਵਾਜ਼ੇ ਦਾ ਨਾਮ ਹੈ, ਬਾਰ ਵੀ ਦਰਵਾਜ਼ੇ ਦਾ ਨਾਮ ਹੈ। ਇੱਕੋ ਹੀ ਸ਼ਬਦ ਸਮਅਰਥ ਕਰਕੇ ਦੋ ਸ਼ਬਦ ਜੋੜ ਦਿੱਤੇ ਗਏ, ਦਰਬਾਰ। ਹੁਣ ਗੁਰਦੇਵ ਪਿਤਾ ਸਾਡੇ ਅੰਦਰ ਚੇਤਨਾ ਪੈਦਾ ਕਰਨੀ ਚਾਹੁੰਦੇ। ਹੁਣ ਮਾਲਕ ਨੇ ਇੱਕ ਪ੍ਰਸ਼ਨ ਖੜਾ ਕਰ ਦਿੱਤਾ, ਸਵਾਲ ਖੜਾ ਕਰਤਾ, ਚੇਤਨਾ ਦਾ ਬਿੰਬ ਉਸਾਰ ਦਿੱਤਾ ਕਿ ਆ ਭਲਿਆ, ਮੈਂ ਤੇਰੇ ਨਾਲ ਕੁਛ ਗੱਲ ਸਾਂਝੀ ਕਰਨੀ ਚਾਹੁੰਦਾ।
ਗੁਰੂ ਨਾਨਕ ਆਪਾਂ ਨਾਲ ਗੱਲਾਂ ਕਰ ਰਹੇ ਨੇ, ਅੱਜ ਵੀ ਕਰ ਰਹੇ ਨੇ। ਬਾਣੀ ਨੂੰ ਅਸੀਂ ਤੁਕਬੰਦੀ ਦੇ ਅਰਥਾਂ ਤੱਕ ਨਾ ਰੱਖੀਏ, ਇਹਦੇ ਵਿੱਚ ਕੁਝ ਆਪਣੇ ਲਈ ਲੱਭਣ ਦੀ ਕੋਸ਼ਿਸ਼ ਕਰੀਏ। ਗੁਰੂਦੇਵ ਸਾਡੇ ਨਾਲ ਕਿਤਨਾ ਦੀ ਸਾਂਝ ਪਾਣੀ ਚਾਹੁੰਦੇ ਨੇ, ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਹਰ ਸ਼ਬਦ ਦੇ ਅੰਦਰ ਗੁਰੂਦੇਵ ਨੇ ਬੜੀਆਂ ਬੜੀਆਂ ਬਖਸ਼ਾਂ ਦਾ ਮੀਂਹ ਪਾਇਆ। ਕਿ ਗੁਰੂਦੇਵ ਦੇ ਘਰ ਵਿੱਚ ਬਖਸ਼ਿਸ਼ ਵਸਦੀ ਹੈ। ਇਹ ਬਖਸ਼ਿਸ਼ ਮੇਰੇ ਗੁਰੂ ਨਾਨਕ ਜੀ ਨੂੰ ਪਾਰ ਬ੍ਰਹਮ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਹੈ। ਕਦੇ ਆਪ ਜੀ ਉਹ ਕਦੇ ਜਨਮ ਸਾਖੀ ਦੇ ਪ੍ਰਾਚੀਨ ਜਨਮ ਸਾਖੀ ਦੇ ਬੋਲ ਪੜ੍ਹੇ ਹੋਣਗੇ। ਨਾਨਕ ਜਿਸ ਉੱਪਰ ਤੇਰੀ ਨਦਰ ਤਿਸ ਉੱਪਰ ਮੇਰੀ ਨਦਰ। ਇਹ ਜਨਮ ਸਾਖੀ ਦੇ ਬੋਲ ਨੇ। ਨਾਨਕ ਜਿਸ ਉੱਪਰ ਤੇਰੀ ਨਦਰ ਤਿਸ ਉੱਪਰ ਮੇਰੀ ਨਦਰ। ਇਹ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਨੇ ਕਿਹਾ। ਇਸੇ ਕਰਕੇ ਗੁਰੂ ਨਾਨਕ ਜੀ ਦੁਆਰਾ ਪਰਮੇਸ਼ਰ ਦੀ ਨਦਰ ਵਸਦੀ ਹੈ। ਗੁਰੂ ਨਾਨਕ ਦੀ ਨਦਰ ਵਿੱਚ ਪਰਮੇਸ਼ਰ ਦੀ ਨਦਰ ਹੈ। ਗੁਰੂ ਨਾਨਕ ਜੀ ਦੀ ਦ੍ਰਿਸ਼ਟੀ ਅੰਦਰ ਪਰਮੇਸ਼ਰ ਦੀ ਦ੍ਰਿਸ਼ਟੀ ਹੈ। ਗੁਰੂ ਨਾਨਕ ਜੀ ਦੀ ਬਖਸ਼ਿਸ਼ ਅੰਦਰ ਪਰਮੇਸ਼ਰ ਜੀ ਦੀ ਬਖਸ਼ਿਸ਼ ਹੈ। ਐਵੇਂ ਨਹੀਂ ਬਾਣੀ 'ਚ ਬੋਲ ਆਏ ਗੁਰੂ ਨਾਨਕ ਜੀ ਦੇ ਬਾਰੇ ਅੰਦਰ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਹੁਣ ਗੁਰੂ ਨਾਨਕ ਜੀ ਚੇਤਨਾ ਦੇ ਰਹੇ। ਫਿਰ ਇੱਥੇ ਰੁਕਣਾ ਹੈ ਆਪਾਂ ਸਾਰਿਆਂ ਨੇ, ਭੱਜਣਾ ਨਹੀਂ। ਕੇ ਸ਼ਬਦ ਨਾਲ ਨਹੀਂ ਪੜ੍ਹਨਾ। ਆਪਾਂ ਆਮ ਤੌਰ 'ਤੇ ਸੁਭਾਵਿਕ ਪਾਠ ਕਰਦੇ ਫੇਰ ਕੇ, ਨਹੀਂ, ਗਲਤ ਹੋ ਗਿਆ। ਪਾਠ ਕਰਨਾ ਫੇਰ ਰੁਕ ਕੇ। ਅੱਗੇ ਕੀ ਅੱਗੇ ਰੱਖੀਏ, ਅਰਥ ਆਪਣੇ ਆਪ ਹੀ ਸਪਸ਼ਟ ਹੁੰਦੇ ਜਾਣਗੇ। ਹੁਣ ਤਰੀਏ ਗੁਰ ਵਿਚਾਰ। ਇਹੀ ਵਿਚਾਰ ਹੈ ਕਿ ਬਾਣੀ ਨੂੰ ਧਿਆਨ ਨਾਲ ਪੜ੍ਹਨਾ ਆ ਜਾਏ। ਬਾਣੀ ਦਾ ਠੀਕ ਵਿਸ਼ਰਾਮ ਲਾਉਣਾ ਆ ਜਾਏ। ਬਾਣੀ ਦਾ ਠੀਕ ਉਚਾਰਨ ਕਰਨਾ ਆ ਜਾਏ। ਗੁਰਬਾਣੀ ਦੇ ਅੰਦਰ ਦੀਆਂ ਲਗਾ ਮਾਤਰਾਂ ਦੇ ਭੇਦ ਪਤਾ ਚੱਲ ਜਾਣ। ਬਾਣੀ ਨੂੰ ਕਦੀ ਵੀ ਬੇਧਿਆਨੇ ਨਹੀਂ ਪੜ੍ਹਨਾ ਚਾਹੀਦਾ। ਬਾਣੀ ਨੂੰ ਕਦੀ ਬੇਗਿਆਨੇ ਨਹੀਂ ਪੜ੍ਹਨਾ ਚਾਹੀਦਾ। ਬਾਣੀ ਨੂੰ ਕਦੀ ਬੇਧਿਆਨੇ ਨਹੀਂ ਪੜ੍ਹਨਾ ਚਾਹੀਦਾ। ਵੈਸੇ ਸੰਸਾਰ ਦੀ ਬਹੁਤ ਗਿਣਤੀ ਬਹੁਤਾ ਧਿਆਨ ਨਹੀਂ ਦਿੰਦੀ। ਸਾਡੇ ਕੋਲ ਸਮਾਂ ਨਹੀਂ ਹੈ, ਫੁਰਸਤ ਨਹੀਂ ਹੈ, ਜਾਂ ਸਾਡੀ ਚੇਤਨਾ ਦੇ ਅੰਦਰ ਜਾਗਰਤੀ ਨਹੀਂ ਹੈ। ਗੁਰਦੁਆਰੇ ਸਾਹਿਬਾਨ ਦੇ ਅੰਦਰ ਬਾਣੀ ਦੀ ਸੰਥਿਆ ਚਾਹੀਦੀ ਹੈ। ਸੰਥਿਆ, ਜਪਜੀ ਦੀ ਸੰਥਿਆ, ਬਾਕੀ ਨਿਤਨੇਮ ਦੀ ਸੰਥਿਆ, ਸੰਪੂਰਨ ਬਾਣੀ ਦੀ ਸੰਥਿਆ। ਇਹਦੀ ਵੱਡੀ ਜ਼ਰੂਰਤ ਖੈਰ। ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਪ੍ਰਸ਼ਨ ਆ ਗਿਆ। ਹੁਣ ਦਰਬਾਰ ਦੇ ਅੰਦਰ ਦਰਬਾਰ ਦਾ ਮਾਲਕ ਹੈ। ਹੁਣ ਭੇਟਾ ਦੇ ਨਾਲ ਦਰ ਤੱਕ ਜਾਇਆ ਜਾ ਸਕਦਾ ਹੈ, ਤੇ ਦਰ ਦੇ ਅੰਦਰ ਜਾ ਕੇ ਜਿਹੜਾ ਦਰ ਦਾ ਵਾਰਸ ਹੈ ਉਹਦੇ ਨਾਲ ਸੰਬੰਧ ਕਿਵੇਂ ਬਣਨਾ ਹੈ। ਆਪਾਂ ਘਰੋਂ ਚਲੀਏ ਇੱਕ ਸੱਜਣ ਦੇ ਕੋਲ, ਮਿੱਤਰ ਦੇ ਕੋਲ, ਦੋਸਤ ਦੇ ਕੋਲ, ਰਿਸ਼ਤੇਦਾਰ ਦੇ ਕੋਲ, ਕਿਸੇ ਗੁਣੀ ਕੋਲ, ਕਿਸੇ ਗਿਆਨੀ ਦੇ ਕੋਲ ਆਪਾਂ ਚਲੀਏ। ਜੇ ਅਸੀਂ ਆਪਣੇ ਗੁਰਦੇਵ ਦੇ ਦਰ 'ਤੇ ਆ ਕੇ ਸਾਰਿਆਂ ਨੇ ਤੇ ਸਜਦਾ ਕੀਤਾ, ਪ੍ਰਣਾਮ ਕੀਤਾ, ਮਸਤਕ ਝੁਕਾਏ,
ਅਸੀਂ ਇੱਥੇ ਆ ਕੇ ਕੁਝ ਭੇਟ ਕੀਤਾ। ਇਸ ਭੇਟ ਕਰਨ ਤੋਂ ਬਾਅਦ ਇਸ ਦਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਾਡੀ ਸਾਂਝ ਕਿਵੇਂ ਪੈ? ਰੁਪਈਆਂ ਨੇ ਸਾਡੀ ਮਦਦ ਕਰ ਦਿੱਤੀ, ਮੱਥਾ ਟਿਕਾਉਣ ਤੱਕ ਲਿਆ ਦਿੱਤਾ, ਇੱਥੇ ਤੱਕ ਝੁਕਾਉਣ ਤੱਕ ਲੈ ਆਂਦਾ, ਦਰ ਤੱਕ ਲੈ ਆਂਦਾ। ਕੋਈ ਟਕਾ ਲੈ ਕੇ ਆ ਗਿਆ, ਕੋਈ ਫੁੱਲ ਲੈ ਕੇ ਆ ਗਿਆ, ਕੋਈ ਅਨਾਜ ਲੈ ਕੇ ਆ ਗਿਆ, ਕੁਝ ਵੀ ਲੈ ਕੇ ਆ ਗਿਆ। ਹੁਣ ਇੱਥੇ ਆ ਕੇ ਗੁਰੂ ਦੇ ਨਾਲ ਸਾਂਝ ਪਾਣੀ ਹੈ, ਇਸ ਦਰ ਦੇ ਮਾਲਕ ਦੇ ਨਾਲ ਰਿਸ਼ਤੇਦਾਰੀ ਪਾਉਣੀ ਹੈ, ਸਾਂਝ ਪਾਉਣੀ ਹੈ। ਤੇ ਸਾਂਝ ਕਿਵੇਂ ਪਾਉਣੀ ਹੈ? ਸਾਂਝ ਲਈ ਬੋਲੀ ਚਾਹੀਦੀ ਹੈ, ਤੇ ਜੇ ਸ਼ਬਦ ਨਹੀਂ ਤੇ ਸਾਂਝ ਨਹੀਂ ਹੈ, ਜੇ ਬੋਲੀ ਨਹੀਂ ਤੇ ਸੰਬੰਧ ਨਹੀਂ ਹੈ। ਬੋਲੀ ਦਾ ਰੂਪ ਕਿਹੜਾ ਹੋਏਗਾ ਵੱਖਰੀ ਗੱਲ ਹੈ, ਉਹ ਅੱਖਰ ਰੂਪ ਹੈ, ਉਹ ਸੰਕੇਤਕ ਰੂਪ ਹੈ, ਇਹ ਅਲੱਗਾ ਜੀ ਬਾਤ ਹੈ। ਹੁਣ ਇੱਕ ਮਨੁੱਖ ਨੂੰ ਬੋਲਣਾ ਨਹੀਂ ਆਉਂਦਾ, ਜ਼ਬਾਨ ਕੰਮ ਨਹੀਂ ਕਰਦੀ, ਬੋਲਦਾ ਉਹ ਵੀ ਹੈ, ਇਸ਼ਾਰਿਆਂ ਦੀ ਭਾਸ਼ਾ 'ਚ ਬੋਲ ਲੈਂਦਾ। ਇੱਕ ਆਦਮੀ ਦੇ ਕੰਨ ਕੰਮ ਨਹੀਂ ਕਰਦੇ, ਉਹਨੂੰ ਵੀ ਸੁਣਾਉਣ ਦੇ ਲਈ ਭਾਸ਼ਾ ਬੋਲਣੀ ਪੈਂਦੀ ਹੈ। ਉਹ ਸਾਡੀ ਬੋਲੀ ਨੂੰ ਨਹੀਂ ਸਮਝਦਾ, ਉਹਨੂੰ ਵੀ ਅੱਖਰਾਂ ਦੀ ਬੋਲੀ ਸਮਝਾਉਣ ਦੇ ਲਈ, ਕੋਈ ਭਾਸ਼ਾ ਸਮਝਾਉਣ ਦੇ ਲਈ ਇਸ਼ਾਰਿਆਂ ਦੀ ਲਿਪੀ ਵਰਤਣੀ ਪੈਂਦੀ। ਹੁਣ ਮੰਨ ਲਓ ਗੁਰੂ ਨਾਨਕ ਜੀ ਨੇ ਦੂਜਾ ਸਵਾਲ ਖੜਾ ਕਰ ਦਿੱਤਾ, ਮੂੰਹੋਂ, ਇੱਥੇ ਫਿਰ ਰੁਕਣਾ ਪਏਗਾ। ਮੂੰਹੋਂ ਕਿ ਬੋਲਣ ਬੋਲੀਏ, ਅਸੀਂ ਆਪਣੇ ਮੁਖ ਤੋਂ ਕਿਹੜਾ ਸ਼ਬਦ ਆਖੀਏ, ਕਿਹੜਾ ਬੋਲ ਬੋਲੀਏ। ਜਿਹਨੂੰ ਜਿਹੜਾ ਮਾਲਕ ਹੈ, ਦਰ ਦਾ ਮਾਲਕ ਸੁਣੇ। ਜਿਤ ਵੇਲੇ ਜਿਸ ਬੋਲ ਨੂੰ ਜਿਤ ਸੁਣ ਦਾ ਅਰਥ ਸੁਣ ਕੇ ਧਰੇ ਪਿਆਰ, ਉਹ ਸਾਡੇ ਬੋਲਾਂ ਨੂੰ ਸੁਣ ਕੇ ਸਾਨੂੰ ਪਿਆਰ ਕਰੇ, ਪਿਆਰ ਦੀ ਬਖਸ਼ਿਸ਼ ਕਰੇ। ਤੇ ਪਿਆਰ ਮਿਲਣਾ ਹੀ ਬੋਲਾਂ ਦੇ ਵਿੱਚੋਂ ਹੈ। ਸਿਆਣੇ ਕੀ ਕਹਿੰਦੇ ਨੇ? ਸੰਸਾਰ ਇੱਕ ਖੂਹ ਹੈ, ਸੰਸਾਰ ਇੱਕ ਖੂਹ ਹੈ। ਹੁਣ ਦੇ ਖੂਹ ਨਹੀਂ ਰਹੇ ਸਾਡੇ ਸਾਹਮਣੇ। ਅੱਜ ਖੂਹ ਵੇਖਣਾ ਹੋਵੇ ਤੇ ਸ਼ਾਇਦ ਕਿਤੇ ਟਾਵਾਂ ਕਿਤੇ ਸਾਨੂੰ ਉਹਦਾ ਅਸਲੀ ਰੂਪ ਮਿਲਦਾ ਹੈ। ਕਦੇ ਖੂਹ ਵਿੱਚ ਨੀਵਾਂ ਮੂੰਹ ਕਰਕੇ ਆਵਾਜ਼ ਮਾਰੀ ਦੀ ਸੀ ਨਾ, ਤੇ ਜਿਸ ਤਰ੍ਹਾਂ ਦੇ ਬੋਲ ਅਸੀਂ ਬੋਲਦੇ ਸੀ, ਉਹੀ ਬੋਲ ਸਾਨੂੰ ਵਾਪਸ ਆ ਕੇ ਮਿਲਦੇ ਸਨ। ਤੇ ਜੇ ਇਸ ਤਰ੍ਹਾਂ ਦਾ ਅੱਜ ਪ੍ਰਮਾਣ ਲੈਣਾ ਹੋਵੇ ਤੇ ਗੁਰਦੁਆਰੇ ਉੱਪਰ ਲੱਗੇ ਹੋਏ ਲਾਊਡ ਸਪੀਕਰ, ਇਹਦੀ ਆਵਾਜ਼ ਆਂਢ ਗੁਆਂਢ ਕਿਸੇ ਉੱਚੀ ਇਮਾਰਤ ਦੀ ਦੀਵਾਰ ਨਾਲ ਟਕਰਾਉਂਦੀ ਹੈ, ਤੇ ਉਹੀ ਬੋਲ ਵਾਪਸ ਆਉਂਦੇ ਨੇ। ਹੁਣ ਜਿਹੜਾ ਬੋਲ ਬੰਦਾ ਬੋਲਦਾ ਹੈ, ਉਹੀ ਬੋਲ ਘੁੰਮ ਕੇ ਵਾਪਸ ਆਉਂਦੇ ਨੇ। ਸਿਆਣੇ ਕਹਿੰਦੇ ਸੰਸਾਰ ਇੱਕ ਖੂਹ ਹੈ। ਐ ਮਨੁੱਖ, ਜਿਸ ਤਰ੍ਹਾਂ ਦੇ ਤੂੰ ਬੋਲ ਬੋਲੇਗਾ ਨਾ, ਤੈਨੂੰ ਉਸ ਤਰ੍ਹਾਂ ਦੇ ਬੋਲਾਂ ਦਾ ਰਿਸਪੌਂਸ ਮਿਲੇਗਾ, ਤੈਨੂੰ ਉਸ ਤਰ੍ਹਾਂ ਦੇ ਬੋਲ ਸੁਣ ਲਈ ਮਿਲ ਜਾਣਗੇ। ਇਹ ਹੁਣ ਤੇਰੇ ਉੱਤੇ ਨਿਸਬਤ ਹੈ ਕਿ ਤੂੰ ਬੋਲ ਕਿਸ ਤਰ੍ਹਾਂ ਦੇ ਬੋਲਦੇ, ਤੇਰੇ ਬੋਲਾਂ 'ਚ ਕੀ ਪਿਆ ਹੋਏ। ਸਾਡਾ ਵਿਸ਼ਾ ਨਹੀਂ ਆਪ ਇਸ ਪਾਸੇ ਲੰਮਾ ਜਾਈਏ, ਆਪਾਂ ਦੇ ਸ਼ਬਦ ਤੇ ਆਣਾ ਹੈ, ਸੋ ਪੁਰਖ ਦੀ ਬਾਤ ਪਾਣੀ ਹੈ। ਸਾਡਾ ਸਾਰਿਆਂ ਦਾ ਧਿਆਨ ਸੋ ਪੁਰਖ ਉੱਤੇ, ਤੇ ਗੱਲ ਸੋ ਪੁਰਖ ਦੀ ਆਪਾਂ ਕਰ ਰਹੇ ਹਾਂ। ਹੁਣ ਮਾਲਕ ਗੁਰੂ ਨਾਨਕ ਜੀ ਨੇ ਦੋ ਸਵਾਲ ਬੜੇ ਮਹੱਤਵਪੂਰਨ ਸਾਡੇ ਨਾਲ ਸਾਂਝੇ ਕਰ ਲਏ। ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਹੁਣ ਜਿਸ ਜਗਿਆਸੂ ਦੇ ਅੰਦਰ ਇਸ ਤਰ੍ਹਾਂ ਦੀ ਅਵਸਥਾ ਬਣ ਜਾਏ, ਆਪਣੇ ਘਰੋਂ ਤੁਰਨ ਤੋਂ ਪਹਿਲਾਂ ਅਵਸਥਾ ਨਾਲ ਲੈ ਕੇ ਚੱਲੇ ਕਿ ਮੈਂ ਕਿਹੜੀ ਭੇਟਾ ਰੱਖਾਂ ਕਿ ਮੈਂ ਉਸ ਭੇਟਾ ਨਾਲ ਦਰਬਾਰ ਤੱਕ ਜਾ ਸਕਾਂ। ਅੰਦਰ ਤਿਆਰੀ ਕਰਕੇ ਆਵੇ, ਮੈਂ ਕਿਹੜੇ ਬੋਲ ਬੋਲਾਂ ਜਿਹੜੇ ਬੋਲ ਇਸ ਮਾਲਕ ਨੂੰ ਪ੍ਰਵਾਨ ਹੋ ਜਾਣ। ਉਹ ਕਿਹੜੇ ਬੋਲ ਤਿਆਰੀ ਕਰਕੇ ਆਵੇ, ਤੇ ਬਾਤ ਹੀ ਹੋ ਰਹੀ।
इन्नी तैयारी करके मेरे को नहीं तुरे। गुरु नानक तैयारी करानी चाहते ने। गुरु नानक जी साड़ी तैयारी करवा रहे ने। बाणी की जिन्नी विचार है ये साड़ी तैयारी करा रही। तो जपजी साहब की पावन बाणी च दो सवाल खड़े करके मेरे गुरुदेव पिता ने इन्होंने दोनों सवालों का उत्तर भी दिता है। क्यों नहीं दिता है ना? केड़ा है? थोड़ा उच्ची बोल दो, सारे रल के बोल दो। ये नहीं है, ये नहीं है। फिर सवाल सुनो। इन्होंने सवालों का उत्तर देखो गुरु नानक जी ने कित्थे दिता है? जपजी साहब के अंदर दिता है। फिर के अगे रखिए जित दिसै दरबार, मूँह के बोलन बोलीए जित सुन धरे प्यार। हुण दो चीज़ां चाहिदियां ने, भेटा की रखनी है ते बोल केड़े बोलने ने। हुण गुरु नानक जी ने उत्तर दिता है, हुण बोलो। अमृत वेला सच नाउ वडियाई विचार। हुण दो चीज़ां ने। पहली चीज़ भेटा की करना है? अमृत वेला परमेश्वर के दर नाल सांझ पानी है ते अमृत वेला भेंट करना पेगा। अमृत वेला अर्पण करना पेगा। फरीदा पहले पैरे फुल्लड़ा, फल भी पश्चारात। जो जगन लहन से साईं कन्नो दात। हुण पहली भेटा की चाहिए? ए भेटा साड़ी जिहड़ी आपां रखदे हैं ना, नहीं, इन्हूं रद्द कीता बाणी दे अंदर। कंचन स्यों पाईए नहीं थोल। पर सिखां नूं भुलेखा पै गया शायद सोने नाल गुरु रीझ जाएगा, सोने नाल भगवान रब रीझ जाएगा। गुरु नानक की विचारधारा दे उल्ट सिख काम कर रहे हैं। सोने दियाँ पालकियाँ, सोने दे गुंबज, सोने दियाँ कंधां, ये सारे का सारा कर्म गुरु नानक की जिहड़ी विचारधारा इस तो उल्ट है। खैर हुण पहली भेटा की रखनी दर ते आउण दे लई। सो दर ते जाना है तो भेटा की चाहिए? अमृत वेला। इत्थे रुक जाओ। भेटा अमृत वेला ये भेटा है। ये भेटा तैयार करनी पैगी, अपनी जिंदगी च लैके आनी पैगी। ये आपां तैयारी करनी आ। घट तो घट आपां जिन्ने क सतसंगी इस लड़ी च चल के बैठते हाँ, ये बैठन वाले तो असीं अपनी जिंदगी अंदर ये भेटा तैयार कर लीए ना। ये साढ़े सारिਆਂ को ये भेटा तैयार हो जाए। पहली गल अंदर सो दर ते जाण दी अंदर तमन्ना पैदा हो जाए कि असीं सो दर ते जाण दे लई भेटा किहड़ी चाहीदी है, वो भेटा की तैयारी कर सकीए। उस अगली गल चलती है, उस सो दर ते जाके संबंध किवें स्थापित करने, बोल किहड़े चाहिए ने, उन्हां बोलां की तैयारी कर सकीए। हुण पहली गल भेटा आ गई, अमृत वेला ये भेटा है। ते बोल किहड़े ने? सच नाउ वडियाई विचार। इत्थे दुनिया दीयां गल्लां दे नाल उस इस मालक नाल सांझ नहीं पैगी, सो दर दे मालक नाल सांझ नहीं पैगी, जीवन साईं दे नाल सांझ नहीं पैगी, जिसनूं गुरु रामदास जी सो पुरख कहंदे ने, जो दर दे मालक ने उन्हां नाल सांझ नहीं पैगी। उस मालक नाल सांझ पानी है ते की चाहिए? बोल किहड़े चाहिए ने? सच नाउ वडियाई विचार। हुण गुरु नानक जी दे शब्द तो शुरू हुई सो दर दी बात। हुण सो दर दी गल आपां ने 5 शब्दां 'च सुनी। सो दर दा वातावरण किस तरह दा है? असीं वेख्या सोदर दी पौड़ी अंदर किस तरह दा सोदर, किस तरह दा वातावरण, किस तरह दा, क्योंकि हर घर का एक माहौल हुंदा है।
ਆਪਣੇ ਮਹੱਲੇ ਦਾ ਤੁਹਾਡਾ ਕਾਰਪੋਰੇਸ਼ਨ ਦਾ ਮੈਂਬਰ ਹੋਏਗਾ, ਉਹਦਾ ਘਰ ਮਾਹੌਲ ਕਿਸ ਤਰ੍ਹਾਂ ਦਾ, ਆਪ ਨੂੰ ਜਾ ਕੇ ਪਤਾ ਲੱਗੇ, ਘਰ ਦੇ ਦਰਵਾਜ਼ੇ ਦੇ ਅੰਦਰ ਵੜ ਕੇ ਪਤਾ ਲੱਗੇ ਕਿਸ ਤਰ੍ਹਾਂ ਦਾ। ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ। ਤਰੀਏ ਗੁਰ